ਮਰਦਾਨਾ ਆਪਣੇ ਘਰ 2 ਘੜੀ ਮਿਲ ਕੇ ਬਾਬਾ ਕਾਲੂ ਜੀ ਦੇ ਘਰ ਚਲਿਆ ਗਿਆ। ਮਾਤਾ ਤ੍ਰਿਪਤਾ ਜੀ ਮਰਦਾਨੇ ਨੂੰ ਵੇਖ ਬੜੀ ਖੁਸ਼ ਹੋਈ ਅਤੇ ਪੁੱਛਣ ਲੱਗੀ ਕਿ ਮੇਰਾ ਪੁੱਤਰ ਨਾਨਕ ਜੀ ਕਿੱਥੇ ਹੈ। ਇੰਨੇ ਨੂੰ ਹੋਰ ਆਂਢੀ ਗੁਆਂਢੀ ਵੀ ਆ ਗਏ ਤੇ ਉਹ ਵੀ ਇਹੀ ਪੁੱਛਣ ਲੱਗੇ ਕਿ ਨਾਨਕ ਜੀ ਕਿੱਥੇ ਹਨ। ਪਰ ਮਰਦਾਨੇ ਨੇ ਗੱਲਾਂ ਪਾ ਛੱਡੀਆਂ ਤੇ ਕਿਸੇ ਨੂੰ ਨਾ ਦੱਸਿਆ ਕਿ ਗੁਰੂ ਨਾਨਕ ਜੀ ਕਿੱਥੇ ਹਨ। ਉਪਰੰਤ ਗੱਲਾਂ ਬਾਤਾਂ ਘੜੀ 2 ਘੜੀਆਂ ਕਰਕੇ ਮਰਦਾਨਾ ਉੱਠ ਕੇ ਤੁਰ ਪਿਆ, ਜਿਸ ਤੋਂ ਮਾਤਾ ਜੀ ਨੇ ਸਮਝ ਲਿਆ ਕਿ ਮੇਰਾ ਪੁੱਤਰ ਵੀ ਇੱਥੇ ਜ਼ਰੂਰ ਆਇਆ ਹੋਵੇਗਾ, ਕਿਉਂਕਿ ਇਹ ਕਈ ਬਰਸਾਂ ਪਿੱਛੋਂ ਆਇਆ ਹੈ ਤੇ ਇੱਕ ਦਿਨ ਵੀ ਘਰ ਨਹੀਂ ਠਹਿਰਿਆ, ਛੇਤੀ ਹੀ ਉੱਠ ਤੁਰਿਆ ਹੈ। ਇਹ ਵਿਚਾਰ ਕੇ ਮਾਤਾ ਜੀ ਤੇ ਕੁਝ ਹੋਰ ਲੋਕ ਵੀ ਮਰਦਾਨੇ ਦੇ ਪਿੱਛੇ ਲੱਗ ਕੇ ਤੁਰ ਪਏ। ਜਦ ਗੁਰੂ ਜੀ ਦੇ ਨੇੜੇ ਪਹੁੰਚ ਗਏ ਤਾਂ ਗੁਰੂ ਜੀ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਮਾਤਾ ਜੀ ਨੇ ਗਲਵੱਕੜੀ ਵਿੱਚ ਲੈ ਕੇ ਗੁਰੂ ਜੀ ਨਾਲ ਬਹੁਤ ਪਿਆਰ ਕੀਤਾ, ਸਿਰ ਮੂੰਹ ਚੁੰਮਿਆ ਤੇ ਵਿਰਾਗ ਨਾਲ ਰੋਣ ਲੱਗ ਪਈ। ਗੁਰੂ ਜੀ ਨੇ ਸਤਿਕਾਰ ਨਾਲ ਬਿਰਧ ਮਾਤਾ ਜੀ ਨੂੰ ਪਾਸ ਬਿਠਾ ਕੇ ਸਰੀਰਕ ਸੁੱਖ ਸ਼ਾਂਤ ਪੁੱਛੀ। ਇੱਧਰ ਜਦ ਕਾਲੂ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਝਟਪਟ ਗੁਰੂ ਜੀ ਪਾਸ ਪਹੁੰਚ ਗਏ। ਗੁਰੂ ਜੀ ਪਿਤਾ ਜੀ ਦੇ ਚਰਨਾਂ ਤੇ ਉੱਠ ਕੇ ਮੱਥਾ ਟੇਕਿਆ ਤੇ ਸਤਿਕਾਰ ਕਰਕੇ ਆਪਣੇ ਪਾਸ ਬਿਠਾ ਲਿਆ। ਇਤਨੇ ਨੂੰ ਹੋਰ ਵੀ ਬਹੁਤ ਲੋਕ ਆ ਗਏ ਅਤੇ ਗੁਰੂ ਜੀ ਦੇ ਚੁਫੇਰੇ ਬੈਠ ਗਏ। ਇੱਕ ਘੜੀ ਪਰਯੰਤ ਸਾਰੇ ਚੁੱਪਚਾਪ ਹੈਰਾਨ ਹੋਏ ਗੁਰੂ ਜੀ ਨੂੰ ਬੈਠੇ ਵੇਖਦੇ ਰਹੇ। ਉਪਰੰਤ ਮਾਤਾ ਜੀ ਨੇ ਕਿਹਾ, ਪੁੱਤਰ ਮੈਂ ਰਾਤ ਦਿਨ ਤੇਰੇ ਵਿਛੋੜੇ ਕਰਕੇ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ, ਤੂੰ ਆਣ ਕੇ ਮੇਰੀ ਚਿੰਤਾ ਮਿਟਾ ਦਿੱਤੀ ਹੈ। ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ, ਉਹ ਵੀ ਘਰ-ਬਾਰ ਛੱਡ ਕੇ ਫਕੀਰੀ ਧਾਰਨ ਕਰ ਬੈਠਾ ਹੈ। ਅਸੀਂ ਤਰਸਦੇ ਰਹਿੰਦੇ ਹਾਂ ਕਿ ਤੇਰਾ ਸਾਨੂੰ ਕਦੋਂ ਦਰਸ਼ਨ ਹੋਵੇ। ਹੁਣ ਕਈ ਵਰਿਆਂ ਪਿੱਛੋਂ ਤੂੰ ਆਇਆ ਹੈ, ਮੈਨੂੰ ਤੇਰੇ ਆਉਣ ਦੀ ਬੜੀ ਖੁਸ਼ੀ ਹੋਈ ਹੈ। ਉਪਰੰਤ ਮਾਤਾ ਜੀ ਨੇ ਆਪ ਜੀ ਨੂੰ ਭੋਜਨ ਛਕਣ ਵਾਸਤੇ ਆਖਿਆ। ਗੁਰੂ ਜੀ ਨੇ ਕਿਹਾ, ਮਾਤਾ ਜੀ ਅਸੀਂ ਸਦਾ ਹੀ ਤ੍ਰਿਪਤ ਰਹਿੰਦੇ ਹਾਂ, ਸਾਨੂੰ ਭੋਜਨ ਦੀ ਭੁੱਖ ਨਹੀਂ ਹੈ। ਅਸਾਂ ਇੱਕ ਵਾਰ ਹੀ ਐਸਾ ਭੋਜਨ ਛਕਿਆ ਹੈ ਜਿਸ ਨਾਲ ਫਿਰ ਭੁੱਖ ਹੀ ਨਹੀਂ ਲੱਗਦੀ। ਫਿਰ ਕਾਲੂ ਜੀ ਨੇ ਕਿਹਾ, ਪੁੱਤਰ ਤੁਸਾਂ ਕੀ ਖਾਧਾ ਹੈ ਜਿਸ ਨਾਲ ਹੋਰ ਖਾਣੇ ਦੀ ਭੁੱਖ ਹੀ ਨਹੀਂ ਰਹੀ। ਤਦ ਗੁਰੂ ਜੀ ਬੋਲੇ, ਪ੍ਰਭੂ ਨਾਮ ਨੂੰ ਮੰਨਣਾ ਮਿੱਠੇ ਖਾਣੇ ਹਨ, ਸੁਣਨਾ ਸਲੂਣੇ ਹਨ ਅਤੇ ਪ੍ਰਭੂ ਦੀ ਉਸਤਤ ਕਰਨੀ ਤੁਰਸ਼ ਭੋਜਨ ਹਨ। ਹਿਰਦੇ ਵਿੱਚ ਧਾਰਨਾ ਮਸਾਲੇ ਹਨ, ਪਰਮਾਤਮਾ ਦਾ ਪ੍ਰੇਮ 36 ਪ੍ਰਕਾਰ ਦੇ ਭੋਜਨ ਹਨ। ਇਸ ਤੋਂ ਬਿਨਾਂ ਹੋਰ ਖਾਣੇ ਜਿਨ੍ਹਾਂ ਦੇ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ, ਉਹ ਖੁਆਰੀ ਦਾ ਕਾਰਨ ਹਨ। ਫਿਰ ਮਾਤਾ ਜੀ ਨੇ ਕਿਹਾ, ਫਕੀਰੀ ਵੇਸ ਛੱਡ ਕੇ ਚੰਗੇ ਸੁੰਦਰ ਬਸਤਰ ਪਹਿਨੋ, ਇਹ ਫਕੀਰੀ ਬਾਣਾ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਅਸੀਂ ਤਾਂ ਸਦਾ ਹੀ ਚੰਗੇ ਸੋਹਣੇ ਬਸਤਰ ਪਹਿਨਦੇ ਹਾਂ। ਪਿਤਾ ਕਾਲੂ ਜੀ ਨੇ ਕਿਹਾ, ਉਹ ਕਦੋਂ? ਆਪ ਜੀ ਨੇ ਕਿਹਾ ਕਿ ਲਾਲ ਕੱਪੜੇ ਇਹ ਹਨ ਕਿ ਸਾਡਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ। ਚਿੱਟੇ ਕੱਪੜੇ ਸੱਚ ਬੋਲਣਾ ਹੈ, ਨੀਲਾ ਰੰਗ ਪਹਿਨਣਾ ਮਨ ਦੀਆਂ ਬੁਰਾਈਆਂ ਦੂਰ ਕਰਨੀਆਂ ਹਨ। ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਇਹ ਸਾਡਾ ਚੋਲਾ ਹੈ। ਸੰਤੋਖ ਦਾ ਕਮਰਬੰਦ ਹੈ, ਧਨ ਤੇ ਜਵਾਨੀ ਪ੍ਰਭੂ ਦਾ ਨਾਮ ਹੈ। ਇਹ ਪਿਤਾ ਜੀ, ਇਸ ਤੋਂ ਬਿਨਾਂ ਹੋਰ ਕੁਝ ਪਹਿਨਣਾ ਹੈ, ਉਹ ਖੁਆਰ ਕਰਨ ਵਾਲੀਆਂ ਖੁਸ਼ੀਆਂ ਹਨ, ਜਿਸ ਦੇ ਪਹਿਨਣ ਨਾਲ ਸਰੀਰ ਨੂੰ ਦੁੱਖ ਰੋਗ ਉਤਪੰਨ ਹੋ ਜਾਂਦੇ ਹਨ ਅਤੇ ਮਨ ਵਿੱਚ ਵਿਕਾਰਾਂ ਦੀ ਲਹਿਰ ਚੱਲ ਪੈਂਦੀ ਹੈ। ਬਾਬਾ ਕਾਲੂ ਜੀ ਨੇ ਕਿਹਾ, ਇਹ ਕਮਲੀਆਂ ਗੱਲਾਂ ਛੱਡ ਕੇ ਘਰ ਚਲੋ, ਬਹੁਤ ਸੈਰ ਕਰ ਲਈ ਹੈ। ਮੈਂ ਘੋੜਾ ਲੈ ਦਿੰਦਾ ਹਾਂ, ਉਸ ਉੱਤੇ ਚੜ੍ਹ ਕੇ ਆਪਣੇ ਬਾਹਰ ਅੰਦਰ ਦਾ ਕੰਮ ਕਰਿਆ ਕਰਨਾ। ਗੁਰੂ ਜੀ ਨੇ ਕਿਹਾ, ਪਿਤਾ ਜੀ ਸਾਡੇ ਪਾਸ ਤਾਂ ਸਦਾ ਹੀ ਇੱਕ ਸੁੰਦਰ ਘੋੜਾ ਰਹਿੰਦਾ ਹੈ, ਅਸਾਂ ਹੋਰ ਘੋੜਾ ਕੀ ਕਰਨਾ ਹੈ। ਕਾਲੂ ਜੀ ਨੇ ਕਿਹਾ, ਤੁਹਾਡੇ ਪਾਸ ਕਿਹੜਾ ਘੋੜਾ ਹੈ? ਤਦ ਗੁਰੂ ਜੀ ਨੇ ਆਖਿਆ ਕਿ ਘੋੜੇ ਦੀ ਸੋਨੇ ਦੀ ਕਾਠੀ ਤੇ ਪੂੰਜੀ ਵਾਹਿਗੁਰੂ ਨਾਮ ਦਾ ਸਮਝਣਾ ਹੈ। ਤੀਰਾਂ ਦਾ ਭੱਥਾ, ਕਮਾਨ ਤੇ ਨੇਜਾ ਅਤੇ ਤਲਵਾਰ ਇਹ ਗੁਣ ਗ੍ਰਹਿਣ ਕਰਨ ਦੇ ਹਨ। ਵਾਜਾ ਨੇਜਾ ਪਰਮਾਤਮਾ ਨਾਲ ਜੁੜਨਾ ਹੈ ਅਤੇ ਵਾਹਿਗੁਰੂ ਦੀ ਬਖਸ਼ਿਸ਼ ਮੇਰੀ ਜਾਤ ਹੈ। ਹੋਰ ਘੋੜੇ ਉੱਤੇ ਚੜ੍ਹਨਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ, ਜਿਸ ਉੱਤੇ ਚੜ੍ਹਨ ਨਾਲ ਸਰੀਰ ਨੂੰ ਦੁੱਖ ਪਹੁੰਚਦਾ ਹੈ ਅਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਇਹ ਉੱਤਰ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਗਏ, ਪਰ ਮਾਤਾ ਤ੍ਰਿਪਤਾ ਜੀ ਪਿਆਰ ਨਾਲ ਬੋਲੇ, ਪੁੱਤਰ ਤੇਰੇ ਮਨ ਵਿੱਚ ਕਿਸੇ ਦਾ ਮੋਹ ਨਹੀਂ ਹੈ, ਚੱਲ ਘਰ ਟੱਬਰ ਨੂੰ ਮਿਲ, ਤੇਰਾ ਕਿਸੇ ਨਾਲ ਗੱਲਬਾਤ ਕਰਕੇ ਮੋਹ ਪਵੇ। ਹੁਣ ਅਸਾਂ ਘਰ ਵੀ ਬਹੁਤ ਸੁੰਦਰ ਬਣਵਾਇਆ ਹੈ, ਇਹ ਤੇਰੇ ਵਾਸਤੇ ਬਣਵਾਇਆ ਹੈ, ਤੂੰ ਚੱਲ ਕੇ ਉਸ ਦਾ ਸੁੱਖ ਭੋਗ। ਤਾਂ ਗੁਰੂ ਜੀ ਆਖਦੇ ਹਨ, ਮਾਤਾ ਜੀ ਘਰ ਮੰਦਰ ਇਹ ਨਾਮ ਦੀ ਖੁਸ਼ੀ ਦੇ ਹਨ ਅਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਡਾ ਪਰਿਵਾਰ ਹੈ। ਹੁਕਮ ਕਰਨਾ ਉਹੀ ਚੰਗਾ ਹੈ ਜੋ ਪਰਮਾਤਮਾ ਨੂੰ ਪ੍ਰਮਾਨ ਹੋਵੇ। ਹੋਰ ਆਖਣ ਨੂੰ ਬਹੁਤ ਬੇਅੰਤ ਗੱਲਾਂ ਹਨ। ਸੱਚਾ ਪਰਮਾਤਮਾ ਕਿਸੇ ਨੂੰ ਪੁੱਛ ਕੇ ਜੋ ਕੁਝ ਉਸ ਨੇ ਕਰਨਾ ਹੁੰਦਾ ਹੈ ਉਸ ਦੀ ਵਿਚਾਰ ਨਹੀਂ ਕਰਦਾ, ਉਹ ਆਪਣੇ ਆਪ ਹੀ ਜੋ ਕੁਝ ਕਰਨਾ ਹੋਵੇ ਕਰਦਾ ਹੈ। ਉਹ ਸੋਣਾ
ਖੁਸ਼ੀਆਂ ਵਿੱਚ ਖਰਾਬ ਹੋਣਾ ਹੈ, ਜਿਸ ਸੌਣ ਨਾਲ ਸਰੀਰ ਨੂੰ ਦੁੱਖ ਲੱਗ ਜਾਣ ਤੇ ਮਨ ਵਿੱਚ ਵਿਕਾਰ ਚੱਲ ਪੈਣ। ਇਹ ਬਚਨ ਕਰਕੇ ਗੁਰੂ ਜੀ ਨੇ ਕਿਹਾ, ਮਾਤਾ ਜੀ ਮੇਰਾ ਅਜੇ ਤੱਕ ਦਿਲ ਉਦਾਸ ਹੈ, ਕੁਝ ਹੋਰ ਦੇਸ਼ਾਂ ਪ੍ਰਦੇਸ਼ਾਂ ਨੂੰ ਵੇਖ ਕੇ ਫੇਰ ਘਰ ਆਵਾਂਗੇ। ਮਾਤਾ ਜੀ ਨੇ ਕਿਹਾ, ਪੁੱਤਰ ਤੇਰੇ ਇਹਨਾਂ ਬਚਨਾਂ ਨਾਲ ਸਾਡਾ ਹਿਰਦਾ ਕਲਪਦਾ ਹੈ। ਅੱਗੇ 12 ਬਰਸਾਂ ਪਿੱਛੋਂ ਆਏ ਹੋ, ਫੇਰ ਵੀ ਘਰ ਪੈਰ ਨਹੀਂ ਪਾਉਂਦੇ। ਤੁਸਾਂ ਘਰ ਦੇ ਕਿਸ ਦੁੱਖ ਕਰਕੇ ਮਨ ਉਦਾਸ ਕੀਤਾ ਹੋਇਆ ਹੈ? ਤੂੰ ਦੱਸ, ਉਹ ਦੁੱਖ ਤੇਰਾ ਦੂਰ ਕਰ ਦਈਏ। ਘਰ ਵਿੱਚ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ, ਜੋ ਤੇਰਾ ਦਿਲ ਕਰੇ ਖਾ ਹੰਢਾ, ਤੈਨੂੰ ਕੋਈ ਮਨਾਹੀ ਨਹੀਂ ਹੈ। ਗੁਰੂ ਜੀ ਬੋਲੇ, ਮਾਤਾ ਜੀ ਘਰ ਰਹਿਣਾ ਜਾਂ ਬਾਹਰ ਜਾਣਾ ਸਾਡੇ ਵੱਸ ਨਹੀਂ, ਇਹ ਪਰਮਾਤਮਾ ਦੇ ਅਧੀਨ ਹੈ। ਜਿੱਥੇ ਭੇਜੇ ਜਾਂਦੇ ਹਾਂ, ਜਿਵੇਂ ਬੁਲਾਵੇ ਬੋਲਦੇ ਹਾਂ। ਫਿਰ ਪਿਆਰ ਨਾਲ ਕਾਲੂ ਜੀ ਨੇ ਕਿਹਾ, ਹੇ ਪੁੱਤਰ ਇਹ ਬੇਅਰਥ ਗੱਲਾਂ ਕਰਨੀਆਂ ਛੱਡ ਦਿਓ, ਫਕੀਰੀ ਬਾਣਾ ਉਤਾਰ ਕੇ ਘਰ ਦੇ ਕੰਮ ਵੱਲ ਧਿਆਨ ਦਿਓ। ਸਾਡੀ ਅਵਸਥਾ ਬਿਰਧ ਹੋ ਗਈ ਹੈ, ਜੇ ਤੂੰ ਬਾਹਰ ਚਲਿਆ ਗਿਆ ਤਾਂ ਪਤਾ ਨਹੀਂ ਫੇਰ ਮੇਲ ਹੋਵੇਗਾ ਨਾ। ਹੁਣ ਸਾਡਾ ਅੰਤ ਸਮਾਂ ਨੇੜੇ ਹੈ, ਹੁਣ ਤੈਨੂੰ ਬਾਹਰ ਨਹੀਂ ਜਾਣਾ ਚਾਹੀਦਾ। ਤਾਂ ਗੁਰੂ ਜੀ ਬੋਲੇ, ਪਰਮਾਤਮਾ ਦਾ ਨਾਮ ਲਵੋ, ਪਿੱਛੋਂ ਉਸ ਦਾ ਸੱਦਾ ਆਉਣਾ ਹੈ। ਤੰਬੂ ਰੱਥ ਕਨਾਤਾਂ ਤੇ ਜੁਤੇ ਹੋਏ ਰੱਥ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ। ਜਿਹੜੇ ਕਰਮਹੀਣ ਹੁੰਦੇ ਹਨ ਉਹ ਨਾਮ ਨਹੀਂ ਜਪਦੇ ਅਤੇ ਅਗਿਆਨ ਪੁਣੇ ਵਿੱਚ ਹੀ ਉਮਰ ਬਤੀਤ ਕਰ ਲੈਂਦੇ ਹਨ। ਜਿਹੜੇ ਸੁੱਖ ਭੋਗੇ ਸਨ ਉਹਨਾਂ ਤੋਂ ਦੁੱਖ ਪ੍ਰਾਪਤ ਹੋਏ ਅਤੇ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ। ਜਿਹੜੇ ਪਰਮਾਤਮਾ ਨਾਲੋਂ ਵਿਛੜੇ ਹੋਏ ਹਨ ਉਹਨਾਂ ਦਾ ਵਿਛੋੜਾ ਕੀ ਹੈ? ਮਿਲਿਆਂ ਦਾ ਮੇਲ ਕੀ ਹੈ? ਭਾਵ ਵਿਛੜੇ ਹੋਏ ਵਿਛੜੇ ਹੀ ਰਹਿੰਦੇ ਹਨ ਤੇ ਮਿਲੇ ਹੋਏ ਮਿਲੇ ਹੀ ਰਹਿੰਦੇ ਹਨ। ਜਿਸ ਮਾਲਕ ਨੇ ਇਹ ਰਚਨਾ ਰਚੀ ਹੈ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਸੰਜੋਗਾਂ ਕਰਕੇ ਹੀ ਉਸ ਨਾਲ ਮੇਲ ਹੁੰਦਾ ਹੈ ਤੇ ਵਿਜੋਗਾਂ ਕਰਕੇ ਹੀ ਵਿਛੋੜਾ। ਇਹ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਰਹੇ, ਪਰ ਮਾਤਾ ਤ੍ਰਿਪਤਾ ਜੀ ਨੇ ਆਖਿਆ, ਬੇਟਾ ਹੱਠ ਨਹੀਂ ਕਰੀਦਾ, ਮੇਰਾ ਆਖਾ ਮੰਨ ਕੇ ਇੱਕ ਵਾਰ ਘਰ ਚੱਲ। ਤੈਨੂੰ ਵੇਖਣ ਦੀ ਮੇਰੀ ਅਜੇ ਰੀਝ ਨਹੀਂ ਲੱਥੀ, ਤੂੰ ਜ਼ਰੂਰ ਘਰ ਚੱਲ। ਮਾਤਾ ਜੀ ਦੇ ਇਸ ਤਰ੍ਹਾਂ ਪ੍ਰੇਮਮਈ ਬਚਨ ਸੁਣ ਕੇ ਗੁਰੂ ਜੀ ਘਰ ਆ ਗਏ। ਤਦ ਚਾਚਾ ਲਾਲੂ ਤੇ ਹੋਰ ਆਂਢ ਗੁਆਂਢ ਵੀ ਆਪ ਜੀ ਨੂੰ ਮਿਲਣ ਵਾਸਤੇ ਆ ਗਏ। ਲੋਕਾਂ ਨੇ ਦੱਸਿਆ, ਮਹਾਰਾਜ ਰਾਏ ਪੁਰੋਹਿਤ ਤੇ ਮੁਲਾਣਾ ਚਲਾਣਾ ਕਰ ਗਏ ਹਨ। ਗੁਰੂ ਜੀ ਨੇ ਕਿਹਾ, ਇਹ ਸੰਸਾਰ ਚੱਲਦੀ ਸਰਾਂ ਹੈ, ਇੱਥੇ ਆਉਂਦਿਆਂ ਜਾਂਦਿਆਂ ਚਿਰ ਨਹੀਂ ਲੱਗਦਾ, ਇਸ ਕਰਕੇ ਸਤਨਾਮ ਦਾ ਸਿਮਰਨ ਕਰਨਾ ਚਾਹੀਏ। ਜਿਨ੍ਹਾਂ ਦੇ ਮਨ ਵਿੱਚ ਭਗਤੀ ਭਾਵ ਨਾਮ ਸਿਮਰਨ ਹੋਵੇਗਾ ਉਹੀ ਆਪਣਾ ਜਨਮ ਸਫਲਾ ਕਰਕੇ ਜਾਣਗੇ। ਇਹ ਉਪਦੇਸ਼ ਸੁਣ ਕੇ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਦ ਤਲਵੰਡੀ ਵਿੱਚ ਗੁਰੂ ਜੀ ਨੂੰ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਆਪ ਜੀ ਪਾਸ ਆਏ। ਕਹਿਣ ਲੱਗੇ, ਹੇ ਪੁੱਤਰ ਹੁਣ ਫਕੀਰੀ ਦਾ ਵਿਚਾਰ ਛੱਡ ਕੇ ਗ੍ਰਹਿਸਥ ਰੀਤੀ ਅਨੁਸਾਰ ਚੱਲੋ। ਮੇਰਾ ਸਰੀਰ ਬਿਰਧ ਹੋ ਗਿਆ ਹੈ, ਕੋਈ ਕੰਮਕਾਰ ਨਹੀਂ ਹੋ ਸਕਦਾ। ਤੁਸੀਂ ਆਪਣੇ ਇਸਤਰੀ ਪੁੱਤਰਾਂ ਨੂੰ ਇੱਥੇ ਸੱਦ ਲਵੋ ਤੇ ਘਰ ਦਾ ਕੰਮਕਾਜ ਸੰਭਾਲੋ। ਗੁਰੂ ਜੀ ਨੇ ਕਿਹਾ, ਪਿਤਾ ਜੀ ਜੀਵ ਦੀ ਬੁੱਧੀ ਬੇੜੀ ਸਮਾਨ ਹੈ। ਜੇਕਰ ਇਸ ਵਿੱਚ ਮਾਇਆ ਰੂਪ ਪਾਣੀ ਪੈ ਜਾਵੇ ਤਾਂ ਤਤਛਿਨ ਹੀ ਆਪਣੇ ਵਿੱਚ ਡੋਬ ਲੈਂਦਾ ਹੈ, ਪਰ ਜੇ ਇਸ ਨੂੰ ਪੂਰਾ ਗੁਰੂ ਰੂਪੀ ਮਲਾਹ ਮਿਲ ਜਾਵੇ ਤਾਂ ਬੁੱਧੀ ਰੂਪੀ ਬੇੜੀ ਨੂੰ ਚੌਕਸ ਕਰਕੇ ਮੋਹ ਮਾਇਆ ਤੋਂ ਮੁਕਤ ਕਰ ਦਿੰਦਾ ਹੈ। ਗਿਆਨ ਦਾ ਸੁਣਾਉਣਾ ਇਸ ਬੇੜੀ ਨੂੰ ਰਲਾਵਣਾ ਕਰਦਾ ਹੈ। ਆਪਣੇ ਸਰੂਪ ਆਤਮਾ ਨੂੰ ਜਾਣਨਾ ਇਹ ਜੀਵ ਦਾ ਪਾਰ ਕਿਨਾਰਾ ਹੈ। ਜਦ ਉੱਥੇ ਪਹੁੰਚਦਾ ਹੈ ਤਾਂ ਸੁਖਾਲਾ ਹੋ ਜਾਂਦਾ ਹੈ, ਨਹੀਂ ਤਾਂ ਇਸ ਜਨਮ ਮਰਨ ਦੇ ਭਾਰੀ ਦੁੱਖ ਵਿੱਚ ਵਾਰੰਵਾਰ ਜਗਤ ਵਿੱਚ ਆਉਂਦਾ ਹੈ। ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਪਿਤਾ ਕਾਲੂ ਜੀ ਨੂੰ ਗਿਆਨ ਕਰ ਦਿੱਤਾ। ਤਦ ਕਾਲੂ ਜੀ ਨੇ ਬੜਾ ਪ੍ਰੇਮ ਕਰਕੇ ਆਖਿਆ, ਅੱਜ ਤੱਕ ਮੈਂ ਇਹੀ ਜਾਣਦਾ ਸਾਂ ਕਿ ਤੁਸੀਂ ਮੇਰੇ ਪੁੱਤਰ ਹੋ, ਪਰ ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਆਪ ਮਹਾਪੁਰਖ ਅਵਤਾਰ ਹੋ। ਕਿਰਪਾ ਕਰਕੇ ਮੈਨੂੰ ਐਸਾ ਗਿਆਨ ਦਿਓ ਜਿਸ ਨਾਲ ਮੇਰਾ ਜਨਮ ਮਰਨ ਨਾਸ਼ ਹੋ ਜਾਵੇ। ਗੁਰੂ ਜੀ ਨੇ ਕਿਹਾ, ਪਿਤਾ ਜੀ ਪਰਮੇਸ਼ਰ ਤੋਂ ਬੇਮੁਖ ਰਹਿਣ ਨਾਲ ਇਸ ਮਨ ਨੂੰ ਹਰਖ ਸੋਗ ਲੱਗਦੇ ਹਨ। ਇਸ ਕਰਕੇ ਪਰਮੇਸ਼ਰ ਨੂੰ ਸਰਬ ਵਿਆਪਕ ਹਾਜ਼ਰ ਨਾਜ਼ਰ ਜਾਣ ਕਰਕੇ ਪ੍ਰੇਮ ਨਾਲ ਉਸ ਦਾ ਸਿਮਰਨ ਕਰੋ। ਇਹ ਬਚਨ ਸੁਣ ਕੇ ਕਾਲੂ ਜੀ ਦੇ ਮਨ ਵਿੱਚੋਂ ਮੋਹ ਗਿਆਨ ਦੂਰ ਹੋ ਗਿਆ ਤੇ ਗਿਆਨ ਪ੍ਰਗਟ ਹੋ ਗਿਆ। ਦਵੈਤ ਭਾਵ ਹਿਰਦੇ ਤੋਂ ਦੂਰ ਹੋ ਗਿਆ। ਕੁਝ ਦਿਨ ਉਪਰੰਤ ਜਦ ਸ਼ਰਾਧ ਆਏ ਤਾਂ ਕਾਲੂ ਜੀ ਆਪਣੇ ਪਿਤਾ ਦਾ ਸ਼ਰਾਧ ਕਰਨ ਵਾਸਤੇ ਸਾਰੀ ਸਮੱਗਰੀ ਮੰਗਵਾ ਕੇ ਪੰਡਤ ਨੂੰ ਸੱਦ ਕੇ ਸ਼ਰਾਧ ਕਰਨ ਵਾਸਤੇ ਆਖਿਆ। ਤਦ ਨੂੰ ਗੁਰੂ ਜੀ ਵੀ ਆ ਗਏ। ਆਪ ਜੀ ਨੇ ਵੇਖ ਕੇ ਆਖਿਆ, ਪਿਤਾ ਜੀ ਅੱਜ ਕੀ ਕਾਰਜ ਕਰਨ ਲੱਗੇ ਹੋ? ਸਾਡੇ ਵਿਹੜੇ ਵਿੱਚ ਭੀੜ ਕਿਉਂ ਹੈ? ਕਾਲੂ ਜੀ ਨੇ ਆਖਿਆ, ਅੱਜ ਪਿਤਰਾਂ ਦੇ ਸ਼ਰਾਧ ਕਰਨ ਦਾ ਦਿਨ ਹੈ, ਅਸੀਂ ਸ਼ਰਾਧ ਕਰਨ ਲੱਗੇ ਹਾਂ, ਇਸ ਕਰਕੇ ਭੀੜ ਹੈ। ਗੁਰੂ ਜੀ ਨੇ ਕਿਹਾ, ਪਿਤਾ ਜੀ ਤੁਹਾਡੇ ਪਿਤਰ ਐਸੀ ਜਗ੍ਹਾ ਗਏ ਹਨ ਜਿੱਥੇ ਭੁੱਖ ਪਿਆਸ ਨਹੀਂ ਲੱਗਦੀ। ਉਹ ਸਦਾ ਤ੍ਰਿਪਤ ਰਹਿੰਦੇ ਹਨ, ਸ਼ਰਾਧ ਦੀ ਉਡੀਕ ਨਹੀਂ ਕਰਦੇ।
ਇਸ ਕਰਕੇ ਇਸ ਸ਼ਰਾਧ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਕਾਲੂ ਜੀ ਨੇ ਕਿਹਾ, ਜਦ ਤੱਕ ਕੋਈ ਗੱਲ ਅੱਖੀ ਨਾ ਵੇਖੀਏ ਤਦ ਤੱਕ ਵਿਸ਼ਵਾਸ ਨਹੀਂ ਆਉਂਦਾ। ਜੇ ਤੁਹਾਡੀ ਗੱਲ ਸੱਚ ਹੈ ਤਾਂ ਮੈਨੂੰ ਵਿਖਾਓ। ਗੁਰੂ ਜੀ ਨੇ ਕਾਲੂ ਜੀ ਦਾ ਹੱਥ ਫੜ ਕੇ ਆਖਿਆ, ਪਿਤਾ ਜੀ ਅੱਖਾਂ ਮੀਟੋ। ਜਦ ਕਾਲੂ ਜੀ ਨੇ ਅੱਖਾਂ ਮੀਟੀਆਂ ਤਾਂ ਗੁਰੂ ਜੀ ਛਿਨ ਉਪਰੰਤ ਕਿਹਾ, ਅੱਖਾਂ ਖੋਲ ਕੇ ਵੇਖੋ। ਜਦ ਕਾਲੂ ਜੀ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਹਨਾਂ ਦੇ ਪਿੱਤਰ ਬੈਕੁੰਠ ਵਿੱਚ ਬੈਠੇ ਸਨ, ਜਿੱਥੇ ਨਾਨਾ ਪ੍ਰਕਾਰ ਦੇ ਭੋਜਨ ਤੇ ਹੋਰ ਸੁਖਦਾਈ ਪਦਾਰਥਾਂ ਦੇ ਢੇਰ ਲੱਗੇ ਹੋਏ ਸਨ। ਇਹ ਕੌਤਕ ਵੇਖ ਕੇ ਬਾਬਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ, ਬੇਟਾ ਮੈਨੂੰ ਵੀ ਪਾਸ ਭੇਜ ਦਿਓ। ਗੁਰੂ ਜੀ ਨੇ ਕਿਹਾ, ਪਿਤਾ ਜੀ ਤੁਹਾਡੀ ਉਮਰ ਬੀਤ ਗਈ ਹੈ, ਥੋੜੇ ਦਿਨਾਂ ਤੱਕ ਹੀ ਉੱਥੇ ਜਾ ਪਹੁੰਚੋਗੇ। ਹੁਣ ਉੱਠ ਕੇ ਇਹ ਭੋਜਨ ਜੋ ਸ਼ਰਾਧ ਦਾ ਤਿਆਰ ਹੈ ਸਭ ਨੂੰ ਵਰਤਾ ਦਿਓ ਅਤੇ ਆਪ ਬੈਠ ਕੇ ਹਰੀ ਦੇ ਗੁਣ ਗਾਓ। ਕੁਝ ਦਿਨਾਂ ਉਪਰੰਤ ਜਦ ਬਾਬਾ ਕਾਲੂ ਜੀ ਦਾ ਅੰਤ ਸਮਾਂ ਆ ਗਿਆ ਤਾਂ ਦੇਹ ਤਿਆਗ ਕੇ ਬੈਕੁੰਠ ਵਿੱਚ ਪਹੁੰਚ ਗਏ। ਗੁਰੂ ਜੀ ਨੇ ਬੜੇ ਪ੍ਰੇਮ ਤੇ ਸਨਮਾਨ ਨਾਲ ਪਿਤਾ ਜੀ ਦੇ ਸਰੀਰ ਦਾ ਦਾਹ ਸੰਸਕਾਰ ਕੀਤਾ। ਉਪਰੰਤ ਮਾਤਾ ਤ੍ਰਿਪਤਾ ਜੀ ਵੀ ਕੁਝ ਦਿਨਾਂ ਪਿੱਛੋਂ ਸਰੀਰ ਤਿਆਗ ਕੇ ਬੈਕੁੰਠ ਜਾ ਪਧਾਰੇ। ਇਹਨਾਂ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਨੇ ਘਰ ਦਾ ਸਭ ਧਨ ਪਦਾਰਥ ਗਰੀਬਾਂ ਨੂੰ ਵੰਡ ਦਿੱਤਾ। ਆਪ ਸਾਰਾ ਦਿਨ ਬਾਹਰ ਜੰਗਲ ਵਿੱਚ ਬਤੀਤ ਕਰਕੇ ਰਾਤ ਨੂੰ ਘਰ ਆਣ ਵਿਸ਼ਰਾਮ ਕਰਦੇ। ਆਪ ਜੀ ਪਾਸ ਬਹੁਤ ਪੁਰਸ਼ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਸਤਨਾਮ ਦਾ ਸਿਮਰਨ ਤੇ ਹਰੀ ਭਗਤੀ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਦੇ। ਕੁਝ ਦਿਨ ਇਸ ਤਰ੍ਹਾਂ ਲੋਕਾਂ ਦੀ ਆਵਾਜਾਈ ਨੂੰ ਨਜਿੱਠ ਕੇ ਆਪ ਜੀ ਨੇ ਫਿਰ ਦੇਸਾਂ ਪ੍ਰਦੇਸਾਂ ਵਿੱਚ ਰਟਨ ਕਰਨ ਦੀ ਤਿਆਰੀ ਕਰਕੇ ਭਾਈ ਬਾਲਾ ਤੇ ਮਰਦਾਨੇ ਨੂੰ ਬੁਲਾ ਲਿਆ ਅਤੇ ਸੱਤ ਧਰਮ ਫੌਜ ਲੈ ਕੇ ਦੰਭ ਦੇ ਪਖੰਡਾਂ ਦਾ ਨਾਸ਼ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।